ਦਰਸ਼ਕੋ, ਆਓ ਅੱਜ ਤੁਹਾਨੂੰ ਕਿਊਬਾ ਦੀ ਰਾਜਧਾਨੀ ਹਵਾਨਾ ਸ਼ਹਿਰ ਦੀਆਂ ਕੁਝ ਬਿਲਡਿੰਗਾਂ ਦੀ ਸੈਰ ਕਰਵਾਈਏ। ਹਵਾਨਾ ਦੇ ਵਿੱਚ ਕਾਫੀ ਪੁਰਾਣੀਆਂ ਉੱਚੀਆਂ ਬਹੁ ਮੰਜ਼ਲੀ ਬਿਲਡਿੰਗਾਂ ਨੇ ਜਿਨ੍ਹਾਂ ਦੇ ਨਾਮ ਸਕੁਅਰ ਕਰਕੇ ਰੱਖੇ ਗਏ ਨੇ। ਜਿਵੇਂ ਇਹ ਵੀ ਅਜਿਹੀ ਇੱਕ ਬਿਲਡਿੰਗ ਹੈ ਜਿਸ ਨੂੰ ਟ੍ਰੇਡਿੰਗ ਸਕੁਅਰ ਕਹਿੰਦੇ ਨੇ। ਇਸ ਬਿਲਡਿੰਗ ਵਿੱਚ ਪੁਰਾਤਨ ਸਮੇਂ ਵੱਡੇ ਵਪਾਰੀ ਲੋਕ ਰਹਿੰਦੇ ਸਨ। ਹੇਠਲੀ ਮੰਜ਼ਿਲ ਵਿੱਚ ਉਹਨਾਂ ਦੀਆਂ ਵਪਾਰਕ ਦੁਕਾਨਾਂ ਹੁੰਦੀਆਂ ਸਨ, ਪਰ ਉੱਪਰਲੀ ਮੰਜ਼ਿਲ ਜਾਂ ਗੈਲਰੀ ਵਿੱਚ ਕੋਈ ਵੀ ਵਿਅਕਤੀ ਜਾ ਸਕਦਾ ਸੀ। ਇਸ ਕਰਕੇ ਕਿਸਾਨ ਆਮ ਤੌਰ 'ਤੇ ਉੱਪਰਲੀ ਮੰਜ਼ਿਲ ਵਿੱਚ ਜਾ ਕੇ ਬੈਠ ਜਾਂਦੇ ਸਨ। ਕਈ ਵਾਰੀ ਕਿਸਾਨ ਹੇਠਾਂ ਦੁਕਾਨਾਂ ਦੇ ਸਾਹਮਣੇ ਆਪਣੇ ਪਸ਼ੂ ਵੀ ਖੜੇ ਕਰ ਦਿੰਦੇ ਸਨ। ਫਿਰ ਤੰਗ ਆ ਕੇ ਵਪਾਰੀ ਲੋਕ ਇਹਨਾਂ ਬਿਲਡਿੰਗਾਂ ਵਿੱਚੋਂ ਹੋਰ ਥਾਵਾਂ 'ਤੇ ਚਲੇ ਗਏ। ਇਹ ਵੀ ਇੱਕ ਵੱਡੀ ਬਿਲਡਿੰਗ ਦਿਖਾਈ ਦਿੰਦੀ ਹੈ ਜਿਹੜੀ 1908 ਵਿੱਚ ਬਣਾਈ ਗਈ ਸੀ। ਇਹ ਬਹੁਤ ਹੀ ਵਧੀਆ ਕਾਰੀਗਰੀ ਦੀ ਮਿਸਾਲ ਹੈ। ਇੱਥੋਂ ਦੀਆਂ ਬਿਲਡਿੰਗਾਂ ਦੀਆਂ ਹੇਠਲੀਆਂ ਮੰਜ਼ਿਲਾਂ ਕਾਫੀ ਉੱਚੀਆਂ ਛੱਤ ਵਾਲੀਆਂ ਨੇ। ਇਸੇ ਤਰ੍ਹਾਂ ਇਹਨਾਂ ਮੰਜ਼ਿਲਾਂ ਅੰਦਰ ਦਾਖਲ ਹੋਣ ਲਈ ਦਰਵਾਜ਼ੇ ਵੀ ਕਾਫੀ ਉੱਚੇ ਅਤੇ ਵੱਡੇ ਆਕਾਰ ਦੇ ਬਣਾਏ ਹੋਏ ਨੇ। ਇਹ ਹਵਾਨਾ ਦੀ ਪੁਰਾਤਨ ਸਮੇਂ ਵਾਲੀ ਸਟਾਕ ਮਾਰਕੀਟ ਬਿਲਡਿੰਗ ਹੈ। 1959 ਤੋਂ ਪਹਿਲਾਂ ਕਿਊਬਾ ਦੀ ਸਟਾਕ ਮਾਰਕੀਟ ਦਾ ਸਾਰਾ ਕਾਰੋਬਾਰ ਇਸ ਬਿਲਡਿੰਗ ਵਿੱਚ ਹੁੰਦਾ ਸੀ। ਇਸ ਦੇ ਬਿਲਕੁਲ ਨਾਲ ਲੱਗਦਾ ਇੱਕ ਰੈਸਟੋਰੈਂਟ ਹੈ ਜਿਹੜਾ ਇਸ ਸਮੇਂ ਵੀ ਚੱਲ ਰਿਹਾ ਹੈ। ਇਹ ਇੱਕ ਕੈਫੇ ਹਾਊਸ ਹੈ। ਇਸ ਰੈਸਟੋਰੈਂਟ ਵਿੱਚ ਵਪਾਰੀ ਲੋਕ ਬੈਠ ਕੇ ਕੌਫੀ ਵਗੈਰਾ ਪੀਂਦੇ ਸਨ। ਨਾਲ ਹੀ ਇੱਕ ਵੱਡਕਾਰੀ ਹੋਟਲ ਦੀ ਬਿਲਡਿੰਗ ਵੀ ਦਿਖਾਈ ਦੇ ਰਹੀ ਹੈ ਜਿੱਥੇ ਬਾਹਰੋਂ ਆਏ ਵਪਾਰੀ ਨਿਵਾਸ ਕਰਦੇ ਸਨ। ਇੱਥੇ ਸਾਰਾ ਕਾਰੋਬਾਰ ਜਿਸ ਸਮੇਂ ਵੀ ਬਹੁਤ ਸਾਰੇ ਵਪਾਰੀ ਇਕੱਤਰ ਹੁੰਦੇ ਸਨ ਤਾਂ ਕਾਫੀ ਵੱਡੇ ਪੱਧਰ ਦੀ ਇਹ ਸਟਾਕ ਮਾਰਕੀਟ ਦੱਸੀ ਜਾ ਰਹੀ ਹੈ, ਜਿਸ ਦਾ ਹੁਣ ਸ਼ਾਇਦ ਉਸ ਤਰ੍ਹਾਂ ਸਟਾਕ ਮਾਰਕੀਟ ਦੇ ਤੌਰ 'ਤੇ ਹੁਣ ਵਰਤੋਂ ਨਹੀਂ ਕੀਤੀ ਜਾਂਦੀ, ਪਰ ਫਿਰ ਵੀ ਇਹ ਪੁਰਾਤਨ ਯਾਦਗਾਰ ਬਿਲਕੁਲ ਹਵਾਨਾ ਦੇ ਸੈਂਟਰ ਦੇ ਵਿੱਚ ਸਥਿਤ ਇਹ ਬਿਲਡਿੰਗ ਹੈ। ਮੋਨੂਮੈਂਟ ਆਫ ਰੈਵੋਲੂਸ਼ਨ ਸਕੁਅਰ ਵਿੱਚ ਕਿਊਬਾ ਦੇ ਪ੍ਰਸਿੱਧ ਕਵੀ ਅਤੇ ਇਨਕਲਾਬੀ ਹੌਜ਼ੇ ਮਾਰਟੀ ਦਾ ਬੁੱਤ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਚੌਕ ਦੇ ਚਾਰੇ ਪਾਸੇ ਵੱਡੀਆਂ ਹੋਰ ਕਈ ਬਿਲਡਿੰਗਾਂ ਨੇ ਜਿਨ੍ਹਾਂ ਉੱਪਰ ਚੀ ਗੁਏਰਾ ਅਤੇ ਕੈਮਿਲੋ ਸੀਐਨਫਿਓਰਗੋਸ ਵਰਗੇ ਮਹਾਨ ਇਨਕਲਾਬੀਆਂ ਦੀਆਂ ਤਸਵੀਰਾਂ ਉਕਰੀਆਂ ਹੋਈਆਂ ਨੇ। ਇਹ ਉਹ ਚੌਕ ਹੈ ਜਿਸ ਦੀ ਇੱਕ ਯਾਦਗਾਰੀ ਬਿਲਡਿੰਗ ਉੱਪਰ ਉੱਚੇ ਖੜੋ ਕੇ ਕਿਊਬਾ ਦੇ ਇਨਕਲਾਬੀ ਨੇਤਾ ਅਤੇ 1959 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਣੇ ਰਾਸ਼ਟਰਪਤੀ ਫਿਦਲ ਕਾਸਤਰੋ ਆਪਣੇ ਦੇਸ਼ ਵਾਸੀਆਂ ਨੂੰ ਸੰਬੋਧਨ ਹੁੰਦੇ ਸਨ। ਉਹਨਾਂ ਦਾ ਭਾਸ਼ਣ ਸੁਣਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਵਾਸੀ ਇਸ ਚੌਕ ਵਿੱਚ ਇਕੱਤਰ ਹੁੰਦੇ ਸਨ। ਦਰਸ਼ਕੋ, ਆਓ ਤੁਹਾਨੂੰ ਹੁਣ ਇੱਕ ਖਾਸ ਬਿਲਡਿੰਗ ਜਿਹਨੂੰ ਮਿਊਜ਼ੀਅਮ ਆਫ ਰੈਵੋਲੂਸ਼ਨ ਕਹਿੰਦੇ ਆ, ਇਨਕਲਾਬ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਤਸਵੀਰਾਂ ਅਤੇ ਹੋਰ ਹਥਿਆਰ ਅਤੇ ਹੋਰ ਵਸਤਾਂ ਇਸ ਮਿਊਜ਼ੀਅਮ ਦੇ ਵਿੱਚ ਰੱਖੀਆਂ ਹੋਈਆਂ ਨੇ। ਇਹ ਮਿਊਜ਼ੀਅਮ ਆਫ ਰੈਵੋਲੂਸ਼ਨ ਦਾ ਬਾਹਰਲਾ ਹਿੱਸਾ ਤੁਹਾਨੂੰ ਦਿਖਾਈ ਦੇ ਰਿਹਾ। ਇਹ ਬਾਹਰਲੀ ਕੰਧ ਦੇ ਉੱਪਰ ਰੈਵੋਲੂਸ਼ਨ ਨਾਲ ਸੰਬੰਧਿਤ ਵੱਡਕਾਰੀ ਤਸਵੀਰਾਂ ਪੇਂਟ ਕੀਤੀਆਂ ਹੋਈਆਂ ਨੇ। ਕੋਈ ਤਸਵੀਰਾਂ ਬਣਾ ਕੇ ਵੀ ਉੱਥੇ ਪ੍ਰਦਰਸ਼ਿਤ ਕੀਤੀਆਂ ਹੋਈਆਂ ਕੰਧ ਦੇ ਉੱਪਰ ਬਾਹਰਲੇ ਪਾਸੇ। ਇਹਨਾਂ ਤਸਵੀਰਾਂ ਬਾਰੇ ਜਾਣਕਾਰੀ ਅੰਗਰੇਜ਼ੀ ਅਤੇ ਸਪੈਨਿਸ਼ ਦੋਵਾਂ ਭਾਸ਼ਾਵਾਂ ਵਿੱਚ ਅੰਕਿਤ ਕੀਤੀ ਹੋਈ ਹੈ। ਕੰਧ ਉੱਪਰ ਇੱਕ ਅਜਿਹਾ ਨੋਟਿਸ ਵੀ ਲਿਖਿਆ ਹੋਇਆ ਦਿਖਾਈ ਦੇ ਰਿਹਾ ਹੈ ਜਿਹਦੇ 'ਤੇ ਦੱਸਿਆ ਗਿਆ ਕਿ ਇਸ ਬਿਲਡਿੰਗ ਦੀ ਹੁਣ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਸੋ ਜਦੋਂ ਮੁਰੰਮਤ ਦਾ ਕੰਮ ਚੱਲਦਾ ਅਤੇ ਇਹਦੇ ਮੁਤਾਬਕ ਪਤਾ ਲੱਗਾ ਕਿ
ਹੁਣ ਇਸ ਬਿਲਡਿੰਗ ਦੇ ਅੰਦਰ ਦਾਖਲ ਹੋਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੈ। ਸੋ ਕੋਸ਼ਿਸ਼ ਕਰਦੇ ਹਾਂ ਜੇਕਰ ਇਸ ਮਿਊਜ਼ੀਅਮ ਦੇ ਅੰਦਰ ਜਾ ਕੇ ਕੁਛ ਨਾ ਕੁਛ ਦੇਖ ਸਕੀਏ, ਪਰ ਜਾਪਦਾ ਇੰਝ ਹੈ ਕਿ ਬਿਲਡਿੰਗ ਅੰਦਰ ਦਾਖਲਾ ਬੰਦ ਕੀਤਾ ਹੋਇਆ ਹੈ। ਸੋ ਪਹਿਲਾਂ ਆਪਾਂ ਬਾਹਰੋਂ ਤੇ ਇਹਦੀ ਕੰਧ ਉੱਪਰ ਜੋ ਪ੍ਰਦਰਸ਼ਿਤ ਕੀਤਾ ਹੋਇਆ ਆਪਾਂ ਦੇਖ ਲਿਆ। ਪੁਰਾਣੇ ਸਮੇਂ ਦੀਆਂ ਤਸਵੀਰਾਂ ਨੇ, ਕੁਝ ਗੱਡੀਆਂ ਦਿਖਾਈ ਦਿੱਤੀਆਂ ਨੇ। ਕਾਫੀ ਉਸ ਸਮੇਂ ਦਾ ਜਿਹੜਾ ਇਤਿਹਾਸ ਹੈ ਇਹਨਾਂ ਤਸਵੀਰਾਂ ਵਿੱਚ ਵੀ ਆਪਾਂ ਦੇਖ ਸਕਦੇ ਹਾਂ। ਹੁਣ ਜਿਹੜਾ ਪਾਸਾ ਤੁਸੀਂ ਮਿਊਜ਼ੀਅਮ ਦੀ ਬਿਲਡਿੰਗ ਦਾ ਦੇਖ ਰਹੇ ਹੋ, ਬਿਲਕੁਲ ਜਿਹੜਾ ਮੇਨ ਗੇਟ ਹੈਗਾ ਇਹ, ਔਰ ਇਸ ਮੇਨ ਗੇਟ ਦੇ ਵਿੱਚ ਵੀ ਮੁਰੰਮਤ ਵਾਸਤੇ ਕਾਫੀ ਤੁਹਾਨੂੰ ਪੌੜੀਆਂ ਵਗੈਰਾ ਜਾਂ ਜਿਹੜੇ ਉੱਪਰ ਖੜ੍ਹ ਕੇ ਮਿਸਤਰੀਆਂ ਦੇ ਕੰਮ ਕਰਨ ਨੂੰ ਢਾਂਚੇ ਲੱਗੇ ਹੋਏ ਦਿਖਾਈ ਦੇ ਰਹੇ ਆ। ਔਰ ਇਸ ਬਿਲਡਿੰਗ ਦੇ ਮੇਨ ਗੇਟ ਦੇ ਸਾਹਮਣੇ ਬਿਲਕੁਲ ਇੱਕ ਟੈਂਕ ਜਿਹੜਾ ਉਹ ਅਸਲੀ ਟੈਂਕ ਪ੍ਰਦਰਸ਼ਿਤ ਕੀਤਾ ਹੋਇਆ, ਔਰ ਇਹਦੇ ਨਾਲ ਵੀ ਕਾਫੀ ਇੱਕ ਪੁਰਾਣਾ ਇੱਕ ਗੁੰਬਦ ਹੈ ਦਿਖਾਈ ਦੇ ਰਿਹਾ ਹੈ, ਜਿਹਦੇ 'ਚ ਸ਼ਾਇਦ ਇਹ ਇਸ ਤੋਂ ਪਹਿਲਾਂ ਜਦੋਂ ਰਾਸ਼ਟਰਪਤੀ ਇੱਥੇ ਰਹਿੰਦੇ ਸੀ ਤਾਂ ਉਦੋਂ ਕੋਈ ਸਿਕਿਉਰਿਟੀ ਵਗੈਰਾ ਜਾਂ ਇੱਥੇ ਪੁਲਿਸ ਫੋਰਸ ਵਗੈਰਾ ਇਹਦੀ ਰਾਖੀ ਵਾਸਤੇ ਇਸ ਟਾਵਰ ਦੇ ਉੱਤੇ ਲਗਾਈ ਜਾਂਦੀ ਹੋਣੀ ਹੈ। ਸੋ ਇਸ ਬਿਲਡਿੰਗ ਦੇ ਜੇ ਆਪਾਂ ਦੇਖੀਏ ਤਾਂ ਜਿਹੜਾ ਬਿਲਕੁਲ ਸਾਹਮਣੇ ਜਿਹੜੀ ਹੈ ਤੁਹਾਨੂੰ ਇਹ ਟੈਂਕ ਦਿਖਾਈ ਦਿੱਤਾ, ਉਹਦੇ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਇੱਥੇ ਦਿਖਾਈ ਦੇ ਰਹੀ ਹੈ। ਜੇ ਬਰੀਕੀ ਨਾਲ ਦੇਖੀਏ ਤਾਂ ਇਹਨੂੰ ਪੜ੍ਹ ਕੇ ਜਿਹੜਾ ਉਹ ਪਤਾ ਲਾਇਆ ਜਾ ਸਕਦਾ। ਸੋ ਹੁਣ ਆਪਾਂ ਦੇਖਦੇ ਹਾਂ ਕਿ ਜੇ ਇਸ ਬਿਲਡਿੰਗ ਦੇ ਨਾਲ ਜਾ ਕੇ ਇਹਦਾ ਜਿਹੜਾ ਦੂਸਰਾ ਗੇਟ ਹੈ ਦੱਖਣ ਵੱਲ ਦਾ, ਔਰ ਦਿਸ਼ਾ ਦੇ ਹਿਸਾਬ ਨਾਲ ਲੱਗਦਾ ਕਿ ਇਹ ਜਿਹੜਾ ਗੇਟ ਹੈ ਇਹ ਪੂਰਬ ਵੱਲ ਨੂੰ ਜਿਹੜੀ ਇਹਦੀ ਦਿਸ਼ਾ ਹੈਗੀ ਹੈ। ਅਤੇ ਆਪਾਂ ਦੇਖਦੇ ਹਾਂ ਕਿ ਜੇ ਇਹਦੇ ਦੂਸਰੇ ਜਿਹੜੇ ਗੇਟ ਆ ਉਹਨਾਂ ਦੇ ਵਿੱਚ ਸ਼ਾਇਦ ਕੁਛ ਆਪਾਂ ਨੂੰ ਦਾਖਲਾ ਮਿਲ ਸਕੇ ਜਾਂ ਕੁਛ ਹੋਰ ਨੇੜੇ ਹੋ ਕੇ ਆਪਾਂ ਉਹਨਾਂ ਦੇ ਕੁਝ ਦੇਖ ਸਕੀਏ। ਤਾਂ ਇਸ ਬਿਲਡਿੰਗ ਦੇ ਨਾਲ ਤੁਸੀਂ ਦੇਖਦੇ ਕਿ ਹੋਰ ਵੀ ਬਹੁਤ ਵੱਡੇ ਆਕਾਰ ਦੀਆਂ ਉੱਚੀਆਂ ਬਿਲਡਿੰਗਾਂ ਪੁਰਾਤਨ ਸਮੇਂ ਦੀ ਦਿਖਾਈ ਦੇ ਰਹੀਆਂ, ਔਰ ਇਹ ਜਿਹੜਾ ਸਿਕਿਉਰਿਟੀ ਟਾਵਰ ਹੈਗਾ ਇਹਦੀ ਵੀ ਆਪਣੀ ਇੱਕ ਦਿੱਖ ਹੈ ਕਿ ਇੱਥੇ ਕਿਸ ਤਰ੍ਹਾਂ ਉਸ ਸਮੇਂ ਪੁਲਿਸ ਫੋਰਸ ਇਸ ਰਾਸ਼ਟਰਪਤੀ ਭਵਨ ਦੀ ਨਿਗਰਾਨੀ ਕਰਦੀ ਹੋਵੇਗੀ। ਇੱਥੇ ਵੀ ਇਹੀ ਅੰਕਿਤ ਕੀਤਾ ਹੋਇਆ, ਸਪੈਨਿਸ਼ ਦੇ ਵਿੱਚ ਲਿਖਿਆ ਹੋਇਆ ਮਿਊਜ਼ੀਅਮ ਆਫ ਰੈਵੋਲੂਸ਼ਨ। ਉਹਦੇ ਬਾਰੇ ਥੋੜ੍ਹੀ ਬਹੁਤ ਜਾਣਕਾਰੀ ਦਿੱਤੀ ਹੈ, ਜਿਹਦੇ ਬਾਰੇ ਆਪਾਂ ਵੀ ਸਾਂਝੀ ਕਰ ਸਕਦੇ ਕਿ ਮਿਊਜ਼ੀਅਮ ਅਸਲ 'ਚ ਕਿਊਬਾ ਦੇ ਰਾਸ਼ਟਰਪਤੀ ਦਾ ਨਿਵਾਸ ਸੀ। ਇਸ ਬਿਲਡਿੰਗ ਨੂੰ ਕਿਊਬਾ ਦੇ ਆਰਕੀਟੈਕਟ ਰੋਡੋਲਫੋ ਮਰੂਰੀ ਅਤੇ ਬੈਲਜੀਅਮ ਦੇ ਆਰਕੀਟੈਕਟ ਪੌਲ ਬੈਲਨ ਨੇ ਡਿਜ਼ਾਈਨ ਕੀਤਾ ਸੀ। ਇਸ ਰਾਸ਼ਟਰਪਤੀ ਨਿਵਾਸ ਦਾ ਉਦਘਾਟਨ ਤਤਕਾਲੀ ਰਾਸ਼ਟਰਪਤੀ ਮਾਰੀਓ ਗਾਰਸੀਆ ਮੈਨੂਅਲ ਨੇ 1920 ਵਿੱਚ ਕੀਤਾ ਸੀ। ਇਹ ਬਿਲਡਿੰਗ ਕਿਊਬਾ ਦੇ ਇਨਕਲਾਬ ਭਾਵ 1959 ਤੱਕ ਰਾਸ਼ਟਰਪਤੀ ਨਿਵਾਸ ਵਜੋਂ ਹੀ ਵਰਤੀ ਜਾਂਦੀ ਰਹੀ ਹੈ। ਇਸ ਸਮੇਂ ਇਸ ਬਿਲਡਿੰਗ ਦੀ ਜਿਹੜਾ ਅੰਦਰਲਾ ਹਿੱਸਾ ਉਹਦੀ ਬਿਲਕੁਲ ਕਾਇਆ ਕਲਪ ਕੀਤੇ ਜਾਣ ਬਾਰੇ ਪਤਾ ਲੱਗਾ। ਸੋ ਹੁਣ ਆਪਾਂ ਹੌਲੀ ਹੌਲੀ ਦੂਜੇ ਪਾਸੇ ਵੱਲ ਨੂੰ ਵੱਧਦੇ ਹਾਂ। ਜਿਹੜਾ ਦੂਸਰਾ ਗੇਟ ਹੈ ਉਹ ਵੀ ਇੱਥੋਂ ਉਹਦਾ ਕੁਝ ਹਿੱਸਾ ਦਿਖਾਈ ਦੇ ਰਿਹਾ, ਪਰ ਸਾਰੇ ਪਾਸੇ ਇਹਦੀ ਕੰਸਟਰਕਸ਼ਨ ਦਾ ਕੰਮ ਜਿਹੜਾ ਚੱਲਦਾ ਉਹੀ ਦਿਖਾਈ ਦੇ ਰਿਹਾ। ਜਿਹੜਾ ਇੱਥੇ ਸਿਕਿਉਰਿਟੀ ਵਾਲਾ ਕੋਈ ਆਫੀਸਰ ਖੜ੍ਹਾ ਸੀ ਉਹ ਵੀ ਸ਼ਾਇਦ ਇੱਥੇ ਹੁਣ ਹਾਜ਼ਰ ਨਹੀਂ ਹੈ, ਕਿਉਂਕਿ ਹੋਰ ਕੋਈ ਵੀ ਇੱਥੇ ਵਿਅਕਤੀ ਦਿਖਾਈ ਨਹੀਂ ਦੇ ਰਿਹਾ। ਕੁਝ ਅੱਜ ਛੁੱਟੀ ਕਰਕੇ ਵੀ ਇੱਥੇ ਕੋਈ ਕੰਸਟਰਕਸ਼ਨ ਵਾਲੇ ਵੀ ਵਰਕਰ ਜਿਹੜੇ ਆ ਉਹ ਦਿਖਾਈ ਨਹੀਂ ਦੇ ਰਹੇ। ਇੱਕ ਮੋਟਰਸਾਈਕਲ ਜ਼ਰੂਰ ਖੜ੍ਹਾ ਦਿਖਾਈ ਦਿੰਦਾ, ਸ਼ਾਇਦ ਉਸ ਸਿਕਿਉਰਿਟੀ ਪਰਸਨਲ ਦਾ ਹੋ ਸਕਦਾ ਜਿਹੜਾ ਪਹਿਲਾਂ ਦਿਖਾਈ ਦਿੰਦਾ ਸੀ ਖੜ੍ਹਾ, ਇੱਥੇ ਹੁਣ ਸ਼ਾਇਦ ਕਿਤੇ ਚਲਾ ਗਿਆ। ਤਾਂ ਇਸ ਮਿਊਜ਼ੀਅਮ ਦੇ ਇਸ ਬਿਲਡਿੰਗ ਦੇ ਬਾਹਰ ਦੇਖੋ ਕਿਸ ਤਰ੍ਹਾਂ ਲੋਹੇ ਦੀਆਂ ਮੋਟੀਆਂ ਜਿਹੜੀਆਂ ਪਾਈਪਸ ਨਾਲ ਇਹਨੂੰ ਸੁਰੱਖਿਅਤ ਕੀਤਾ ਗਿਆ ਸੀ, ਕਿਉਂਕਿ ਬਹੁਤ ਹੀ ਇਹ ਸੁਰੱਖਿਅਤ ਬਿਲਡਿੰਗ ਕਹੀ ਜਾ ਸਕਦੀ ਹੈ, ਕਿਉਂਕਿ
ਦੇਸ਼ ਦੇ ਸਰਵਉੱਚ ਜਿਹੜਾ ਅਹੁਦਾ ਹੈਗਾ ਰਾਸ਼ਟਰਪਤੀ ਦਾ, ਉਹਦਾ ਇਹ ਨਿਵਾਸ ਦੱਸਿਆ ਗਿਆ ਔਰ ਕਾਫੀ ਲੰਬੇ ਸਮੇਂ ਤੱਕ ਜਿਹੜੇ ਰਾਸ਼ਟਰਪਤੀ ਹੈ ਉਹ ਇੱਥੇ ਰਹਿੰਦੇ ਰਹੇ ਆ। ਇਸ ਮਿਊਜ਼ੀਅਮ ਦਾ ਕੁਝ ਹਿੱਸਾ ਇਨਕਲਾਬ ਤੋਂ ਪਹਿਲਾਂ ਦੇ ਸਮੇਂ ਭਾਵ ਸਪੇਨ ਦੇ ਵਿਰੁੱਧ 1895 ਤੋਂ 1898 ਦੌਰਾਨ ਆਜ਼ਾਦੀ ਦੀ ਲੜਾਈ ਦੀਆਂ ਘਟਨਾਵਾਂ ਨੂੰ ਵੀ ਦਰਸਾਉਂਦਾ ਹੈ। ਉਸ ਸਮੇਂ ਅਮਰੀਕੀ ਰਾਸ਼ਟਰਪਤੀ ਇਬਰਾਹਿਮ ਲਿੰਕਨ ਨੂੰ ਸਨਮਾਨਿਤ ਕੀਤੇ ਜਾਣ ਵਾਲੀ ਤਸਵੀਰ ਵੀ ਇੱਥੇ ਦੱਸਿਆ ਗਿਆ ਕਿ ਪ੍ਰਕਾਸ਼ਿਤ ਕੀਤੀ ਗਈ ਹੈ। ਸੋ ਜੇ ਆਪਾਂ ਦੇਖੀਏ ਤਾਂ ਫਰੰਟ ਵਾਲੇ ਪਾਸਿਓਂ ਦੂਸਰੇ ਪਾਸੇ ਦੀ ਵੀ ਆਪਾਂ ਗੇੜਾ ਕੱਢ ਕੇ ਦੇਖ ਲਿਆ। ਆਹ ਜਿਹੜਾ ਸਿਕਿਉਰਿਟੀ ਪਰਸਨਲ ਹੈ ਇਹ ਇੱਥੇ ਡਿਊਟੀ ਦੇ ਰਿਹਾ ਔਰ ਇਹਦੇ ਨਾਲ ਗੱਲਬਾਤ ਕੀਤੀ, ਪਰ ਇਹਨੇ ਕਿਹਾ ਵੀ ਅੰਦਰ ਜਿਹੜੀ ਹੁਣ ਜਾਣ ਦੀ ਕਿਸੇ ਨੂੰ ਵੀ ਆਗਿਆ ਨਹੀਂ ਹੈ। ਹੁਣ ਆਪਾਂ ਇਸ ਮਿਊਜ਼ੀਅਮ ਦੇ ਦੱਖਣ ਵਾਲੇ ਪਾਸੇ ਵਾਲਾ ਜਿਹੜਾ ਗੇਟ ਹੈ ਉਹ ਦੇਖ ਰਹੇ ਹਾਂ। ਉੱਥੇ ਇੱਕ ਕਾਰ ਖੜੀ ਹੋਈ ਆ ਔਰ ਜਿਹੜੇ ਅੰਦਰਲੇ ਲੋਹੇ ਦੇ ਬਣੇ ਹੋਏ ਵੱਡੇ ਵੱਡੇ ਗੇਟ ਹੈ ਉਹ ਬਿਲਕੁਲ ਬੰਦ ਆ। ਇੱਥੇ ਕੋਈ ਵੀ ਵਿਅਕਤੀ ਦਿਖਾਈ ਨਹੀਂ ਦੇ ਰਿਹਾ। ਕੋਸ਼ਿਸ਼ ਕਰਕੇ ਅੰਦਰ ਵੜ ਕੇ ਦੇਖਦੇ ਹਾਂ ਤਾਂ ਜਿੰਨਾ ਕੁਝ ਆਪਾਂ ਨੂੰ ਦਿਖਾਈ ਦਿੰਦਾ ਉਹ ਇੱਕ ਵਿਅਕਤੀ ਖੜਾ, ਪਰ ਆ ਕੁਝ ਤਸਵੀਰਾਂ ਆਪਾਂ ਜ਼ਰੂਰ ਇੱਥੇ ਦੇਖ ਲਈਆਂ। ਜਿਹੜੇ ਇਹਨਾਂ ਦੇ ਇਨਕਲਾਬੀ ਯੋਧੇ ਸੀ ਉਹਨਾਂ ਦੀ ਕੁਝ ਤਸਵੀਰਾਂ ਨੇ ਔਰ ਕੁਝ ਬੈਠਣ ਵਾਸਤੇ ਜਿਹੜੇ ਯਾਤਰੀ ਆਉਂਦੇ ਆ। ਇਹ ਵਿਅਕਤੀ ਕੁਝ ਦੱਸਦਾ ਤਾਂ ਹੈ ਪਰ ਇਹ ਸਪੈਨਿਸ਼ ਦੇ ਵਿੱਚ ਬੋਲਦਾ ਔਰ ਇਹਦੀ ਭਾਸ਼ਾ ਦੀ ਕੋਈ ਜ਼ਿਆਦਾ ਸਮਝ ਨਹੀਂ ਲੱਗਦੀ। ਆ ਵੀ ਇਸੇ ਤਰ੍ਹਾਂ ਦਾ ਇੱਕ ਲੋਹੇ ਦਾ ਬਣਿਆ ਹੋਇਆ ਸਟੈਚੂ ਹੈ ਜਿਹਦੇ 'ਤੇ ਕੁਝ ਹਥਿਆਰਬੰਦ ਵਿਅਕਤੀ ਖੜੇ ਦਿਖਾਈ ਦੇ ਰਹੇ ਆ ਔਰ ਆ ਕੁਝ ਜਾਣਕਾਰੀ ਜਿਹੜੀ ਆ ਉਹ ਇੱਕ ਬੋਰਡ ਦੇ ਉੱਤੇ ਕੁਝ ਲਿਖੀ ਹੋਈ ਦਿਖਾਈ ਦਿੰਦੀ, ਜਿਹਨੂੰ ਆਪਾਂ ਨੇੜੇ ਕਰਕੇ ਜਿਹਨੂੰ ਸਟਾਪ ਕਰਕੇ ਦੇਖ ਕੇ ਪੜ੍ਹ ਸਕਦੇ ਹਾਂ। ਇਸ ਮਿਊਜ਼ੀਅਮ ਆਫ ਰੈਵੋਲੂਸ਼ਨ ਦੀ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਇਹਨੂੰ ਪੜ੍ਹਿਆ ਤਾਂ ਨਹੀਂ, ਸਮਝ ਤਾਂ ਨਹੀਂ ਆ ਰਹੀ ਕਿਉਂਕਿ ਇਹ ਸਪੈਨਿਸ਼ ਭਾਸ਼ਾ ਦੇ ਵਿੱਚ ਲਿਖਿਆ ਹੋਇਆ, ਪਰ ਇੱਦਾਂ ਲੱਗਦਾ ਕਿ ਜਿਵੇਂ ਇਹ 13 ਦਸੰਬਰ 1957 ਦਾ ਇਹਦੇ ਉੱਤੇ ਜ਼ਿਕਰ ਹੈ ਔਰ ਇਸ ਵੇਲੇ ਸ਼ਾਇਦ ਜਦੋਂ ਕਿਊਬਾ ਦੇ ਉੱਪਰ ਜਿਹੜੇ ਰੈਵੋਲੂਸ਼ਨਰੀ ਆ ਕੇ ਉਹਨਾਂ ਨੇ ਆਪਣਾ ਰਾਜ ਸਥਾਪਿਤ ਕਰ ਲਿਆ ਸੀ ਜਾਂ ਉਹ ਇਸ ਦੀ ਲੜਾਈ ਲੜ ਰਹੇ ਸੀ 1957 ਤੋਂ ਲੈ ਕੇ 58-59 ਤੱਕ, ਤਾਂ ਉਦੋਂ ਦੇ ਕੁਛ ਇਹ ਜਾਣਕਾਰੀ ਇੱਥੇ ਲਿਖੀ ਹੋਈ ਹੈ ਜਿਹਦੇ ਬਾਰੇ ਸਪਸ਼ਟ ਤੌਰ 'ਤੇ ਜਿਹੜਾ ਉਹ ਕੋਈ ਜ਼ਿਆਦਾ ਪਤਾ ਨਹੀਂ ਲੱਗ ਰਿਹਾ। ਮਿਊਜ਼ੀਅਮ ਆਫ ਰੈਵੋਲੂਸ਼ਨ ਦੇ ਬਿਲਕੁਲ ਨਾਲ ਹੀ ਸ਼ੀਸ਼ੇ ਦੇ ਵੱਡੇ ਫਰੇਮ ਵਿੱਚ ਉਸ ਕਿਸ਼ਤੀ ਦਾ ਇੱਕ ਹੂਬਹੂ ਮਾਡਲ ਤਿਆਰ ਕਰਵਾ ਕੇ ਇੱਕ ਯਾਦਗਾਰ ਵਜੋਂ ਰੱਖਿਆ ਗਿਆ ਹੈ, ਜਿਸ ਕਿਸ਼ਤੀ ਵਿੱਚ ਸਵਾਰ ਹੋ ਕੇ 81 ਬੁਰੀਲੇ 1956 ਵਿੱਚ ਮੈਕਸੀਕੋ ਤੋਂ ਚੱਲ ਕੇ ਕਿਊਬਾ ਪਹੁੰਚੇ ਸਨ। ਆ ਸਾਰੇ ਡਾਇਮੈਂਸ਼ਨਸ ਦਿੱਤੇ ਹੋਏ ਇਸ ਕਿਸ਼ਤੀ ਦੇ, ਇਹਦੀ ਕਿੰਨੀ ਲੰਬਾਈ ਹੈ, ਕਿੰਨੀ ਚੌੜਾਈ ਹੈ, ਕਿੰਨੀ ਇਹ ਗੈਸ, ਕਿੰਨਾ ਤੇਲ ਇਹਦੇ 'ਤੇ ਲੱਗਦਾ ਹੈਗਾ ਪਰ ਆਵਰ, ਕਿੰਨੇ ਲੋਕ ਇਹਦੇ 'ਚ ਬੈਠ ਸਕਦੇ ਆ ਔਰ ਇਹਦੀ ਸਪੀਡ ਕਿੰਨੀ ਹੋ ਸਕਦੀ ਹੈ, ਸਾਰਾ ਕੁਛ ਇਸ ਚਾਰਟ ਦੇ ਵਿੱਚ ਦਿਖਾਇਆ ਹੋਇਆ। ਸੋ ਇਸ ਕਿਸ਼ਤੀ ਵਿੱਚ ਫੀਦਲ ਕਾਸਤਰੋ, ਚੀ ਗਵੇਰਾ, ਰਾਉਲ ਕਾਸਤਰੋ ਅਤੇ ਕੈਮਿਲੋ ਸੀਐਨਫਿਊਗਸ ਸਮੇਤ 81 ਇਨਕਲਾਬੀ ਯੋਧੇ ਸਵਾਰ ਹੋ ਕੇ ਬੇ ਆਫ ਪਿਗ, ਜਿਹੜਾ ਕਿ ਕਿਊਬਾ ਦੇ ਪੂਰਬੀ ਸੂਬੇ ਓਰੀਐਂਟ ਦੇ ਤੱਟ 'ਤੇ ਹੈ, ਉੱਥੇ ਇਹ ਹਥਿਆਰਾਂ ਸਮੇਤ ਪਹੁੰਚੇ ਸੀ ਜਦੋਂ ਰੈਵੋਲੂਸ਼ਨ ਦਾ ਇਹਨਾਂ ਨੇ ਗੁਰੀਲਾ ਯੁੱਧ ਸ਼ੁਰੂ ਕੀਤਾ। ਜਿਵੇਂ ਜਿਵੇਂ ਕਿਸ਼ਤੀ ਤੱਟ ਦੇ ਨੇੜੇ ਪਹੁੰਚ ਰਹੀ ਸੀ ਉਵੇਂ ਉਵੇਂ ਜਿਹੜਾ ਉਸ ਵੇਲੇ ਦਾ ਰਾਜਸ਼ਾਹੀ ਜਿਹੜੀ ਫੌਜ ਸੀਗੀ ਉਹਦੇ ਹੈਲੀਕਾਪਟਰ ਵੀ ਨਾਲ ਦੀ ਨਾਲ ਇਹਨੂੰ ਵਾਚ ਕਰ ਰਹੇ ਸੀ, ਅਤੇ ਜਦੋਂ ਇਹ ਜਾ ਕੇ ਤੱਟ 'ਤੇ ਉਤਰੇ 81 ਗੁਰੀਲੇ ਤਾਂ ਉਹਨਾਂ ਵਿੱਚੋਂ ਫੌਜ ਨੇ ਇੰਨੀ ਕੁ ਉਹਨਾਂ 'ਤੇ
ਗੋਲੀਆਂ ਚਲਾਈਆਂ ਕਿ 16 ਹੀ ਜਿੰਦਾ ਰਹੇ, ਉਹ ਵੀ ਆਪਦੇ ਗੰਨਿਆਂ ਦੇ ਖੇਤਾਂ ਵਿੱਚ ਲੁਕ ਕੇ ਉਹਨਾਂ ਨੇ ਆਪਣੀ ਜਾਨ ਬਚਾਈ। ਸੋ ਇਸ ਕਿਸ਼ਤੀ ਦੇ ਆਲੇ ਦੁਆਲੇ ਇੱਕ ਪਾਰਕ ਹੈ ਜਿਹੜਾ ਉਸ ਸਮੇਂ ਦੇ ਜੰਗੀ ਸਾਜੋ ਸਮਾਨ ਨਾਲ ਭਰਿਆ ਹੋਇਆ। ਇਹਨਾਂ ਵਿੱਚ ਕੁਝ ਟੈਂਕ, ਜੀਪਾਂ, ਬਖਤਰਬੰਦ ਗੱਡੀਆਂ, ਇਹ ਸਾਰਾ ਕੁਛ ਇੱਥੇ ਦਿਖਾਇਆ। ਨਾਲ ਥੋੜ੍ਹੀ ਬਹੁਤੀ ਜਾਣਕਾਰੀ ਵੀ ਸਪੈਨਿਸ਼ ਭਾਸ਼ਾ ਦੇ ਵਿੱਚ ਲਿਖੀ ਹੋਈ ਹੈ। ਇੱਥੇ ਬਕਾਇਦਾ ਤੌਰ 'ਤੇ ਇਸ ਮੈਮੋਰੀਅਲ ਦੀ ਰਾਖੀ ਵਾਸਤੇ ਕਾਫੀ ਸਾਰੇ ਸਿਕਿਉਰਿਟੀ ਪਰਸਨਲ ਵੀ ਲਾਏ ਹੋਏ ਹੈ ਔਰ ਇੱਥੇ ਟਿਕਟ ਲੈ ਕੇ ਐਂਟਰੀ ਹੁੰਦੀ ਹੈ। ਆਹ ਕਿਸ਼ਤੀ ਜਿਹੜੀ ਦੁਬਾਰਾ ਫਿਰ ਤੁਹਾਨੂੰ ਇੱਧਰਲੇ ਪਾਸਿਓਂ ਦਿਖਾਈ ਦੇ ਰਹੀ ਹੈ। ਬੜੀ ਸਟਰੈਂਥ ਦੇ ਨਾਲ ਇਹਨੂੰ ਇੱਕ ਸ਼ੀਸ਼ੇ ਦੇ ਫਰੇਮ ਦੇ ਵਿੱਚ ਸੰਭਾਲਿਆ ਹੋਇਆ। ਇੱਕ ਛੋਟਾ ਕਹਿ ਸਕਦੇ ਕਿ ਸਮੁੰਦਰੀ ਜਹਾਜ਼ ਹੈ ਜਿਹਦੇ 'ਤੇ ਉਹਨਾਂ ਨੇ ਇਹਦੇ ਲਈ ਲੋੜੀਂਦਾ ਜਿਹੜਾ ਤੇਲ ਹੈ ਇਹਨੂੰ ਚਲਾਉਣ ਵਾਸਤੇ ਉਹ ਵੀ ਭਰਿਆ ਹੋਇਆ ਸੀ। ਜਿਹੜੇ ਲੜਾਈ ਦੇ ਸਾਰੇ ਇਹਨਾਂ ਕੋਲ ਹਥਿਆਰ ਅਤੇ ਗੋਲੀ ਸਿੱਕਾ ਉਹ ਵੀ ਇਹਦੇ ਵਿੱਚ ਰੱਖਿਆ ਹੋਇਆ ਸੀ। ਸੋ ਕਾਫੀ ਇਹ ਦੂਰ ਤੋਂ ਆਏ ਸੀ ਔਰ ਜਿਹੜੇ ਸਮੇਂ 'ਤੇ ਇਹਨਾਂ ਨੇ ਪਹੁੰਚਣਾ ਸੀ ਉਸ ਤੋਂ ਇਹ ਲਗਭਗ 2 ਦਿਨ ਦੇਰੀ ਨਾਲ ਪਹੁੰਚੇ ਸੀ, ਕਿਉਂਕਿ ਕਿਸ਼ਤੀ ਦੇ ਉੱਤੇ ਜਿਹੜਾ ਲੋਡ ਆ ਉਹ ਜ਼ਿਆਦਾ ਸੀ। ਇਹਦੀ ਜਿਹੜੀ ਅਸਲ क्षमता ਸੀ ਉਹਦੇ ਨਾਲੋਂ ਜ਼ਿਆਦਾ ਲੋਕ ਇਹਦੇ 'ਚ ਬੈਠੇ ਸੀ, ਇਸ ਕਰਕੇ ਇਹਦੀ ਰਫ਼ਤਾਰ ਵੀ ਓਨੀ ਨਹੀਂ ਰਹੀ ਅਤੇ ਕੁਝ ਇਸ ਕਰਕੇ ਇਹ 2 ਦਿਨ ਲੇਟ ਕਿਊਬਾ ਦੇ ਪੂਰਬੀ ਤੱਟ 'ਤੇ ਇਹ ਕਿਸ਼ਤੀ ਪਹੁੰਚੀ ਸੀ। ਉਸ ਇਲਾਕੇ ਨੂੰ ਬੇ ਆਫ ਪਿਗ ਕਹਿੰਦੇ ਆ ਔਰ ਇਲਾਕਾ ਜਿਵੇਂ ਤੁਹਾਨੂੰ ਦੱਸਿਆ ਕਿ ਪੂਰਬੀ ਸੂਬੇ ਓਰੀਐਂਟ ਦੇ ਤੱਟ 'ਤੇ ਉੱਥੇ ਉਸ ਵੇਲੇ ਗੰਨੇ ਦੀ ਖੇਤੀ ਬਹੁਤ ਜ਼ਿਆਦਾ ਹੁੰਦੀ ਸੀ। ਅੱਜ ਕੱਲ੍ਹ ਤਾਂ ਵੈਸੇ ਉੱਥੇ ਗੰਨੇ ਦੀ ਬਿਜਾਈ ਜਿਹੜੀ ਆ ਉਹ ਅੱਗੇ ਨਾਲੋਂ ਘੱਟ ਗਈ ਆ, ਪਰ ਫਿਰ ਵੀ ਉਸ ਵੇਲੇ ਇਹਨਾਂ ਦੀ ਲੁਕਣਗਾ ਇਹੀ ਸੀ ਕਿ ਉਹ ਲੋਕ ਜਿਹੜੇ ਇੱਥੋਂ ਉਤਰੇ, ਜਿਹੜੇ ਨੇ ਜਾਨ ਬਚਾਈ ਉਹ ਸਿਰਫ ਗੰਨੇ ਦੇ ਖੇਤਾਂ ਦੇ ਵਿੱਚ ਲੋਕ ਹੀ ਇਹ ਆਪਣੀ ਜਾਨ ਬਚਾ ਸਕੇ ਸੀ। ਇਸ ਮੈਮੋਰੀਅਲ ਦਾ ਉਦਘਾਟਨ ਕਿਊਬਾ ਵਿੱਚ ਸਾਮਰਾਜ ਦੇ ਖਾਤਮੇ ਦੀ 28ਵੀਂ ਬਰਸੀ ਮੌਕੇ 19 ਅਪ੍ਰੈਲ 1999 ਨੂੰ ਕੀਤਾ ਗਿਆ ਸੀ। ਇਸ ਮੌਕੇ 'ਤੇ ਫੌਜ ਦੇ ਕਮਾਂਡਰ ਇਨ ਚੀਫ ਅਤੇ ਦੇਸ਼ ਦੇ ਰਾਸ਼ਟਰਪਤੀ ਫੀਦਲ ਕਾਸਤਰੋ ਵੱਲੋਂ ਇੱਥੇ ਇੱਕ ਜੋਤੀ ਪ੍ਰਜਵਲਿਤ ਕੀਤੀ ਗਈ। ਇਹ ਜੋਤੀ ਇੱਥੇ ਲਗਾਤਾਰ ਬਲਦੀ ਰੱਖੀ ਜਾਂਦੀ ਹੈ ਤਾਂ ਜੋ ਕਿਊਬਾ ਦੇ ਇਨਕਲਾਬ ਵਿੱਚ ਸ਼ਾਮਲ ਸ਼ਹੀਦ ਹੋਏ ਯੋਧਿਆਂ ਦੀ ਯਾਦ ਹਮੇਸ਼ਾ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਰਹੇ।